श्री नानक पाद पंकज बंदन पाद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा जी पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सुनो तात चित बात विचारो निज कारज की जय निरतारो जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਦੇ ਸਦਕਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਜੀ ਨੇ ਸਾਡੇ ਤੇ ਅਪਾਰ ਰਹਿਮਤਾਂ ਬਖਸ਼ਿਸ਼ਾਂ ਫਰਮਾਈਆਂ ਨੇ ਕਿ ਅਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਹਾਂ, ਜਿੱਥੇ ਅਸੀਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਲੜੀਵਾਰ ਇਤਿਹਾਸਕ ਕਥਾ ਵਿਚਾਰਾਂ ਦੇ ਨਾਲ ਵੀ ਸਾਂਝ ਪਾਉਂਦੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਧ ਅਧਿਆਏ 13ਵੇਂ ਦਾ ਪ੍ਰਸੰਗ ਜੋ ਆਰੰਭ ਕੀਤਾ ਸੀ, ਜਿਸ ਦਾ ਸਿਰਲੇਖ ਹੈ ਕਿ ਵੈਦ ਨੂੰ ਉਪਦੇਸ਼ ਦੇਣਾ। ਇਸ ਪ੍ਰਸੰਗ ਦੀ ਆਰੰਭਤਾ ਦੇ ਵਿੱਚ ਕਵੀ ਜੀ ਉਸ ਵਾਤਾਵਰਣ ਦਾ ਜ਼ਿਕਰ ਕਰਦੇ ਨੇ ਜਿਸ ਨਗਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਰਦੇ ਨੇ ਕਿ ਬਰਸਾਤ ਦੀ ਰੁੱਤ ਦੀ ਸਮਾਪਤੀ ਤੋਂ ਬਾਅਦ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ। ਸਰਦੀ ਦੀ ਰੁੱਤ ਆਉਂਦੀ ਹੈ ਜਿੱਥੇ ਲੋਕਾਂ ਦੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਨਗਰ ਦੇ ਲੋਕ ਨੇ ਨਾ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਉਸ ਨਗਰ ਦੇ ਵਿੱਚ ਵਿਚਰਦੇ ਨੇ ਜਿਨ੍ਹਾਂ ਲੋਕਾਂ ਦੇ ਹਿਰਦੇ ਤਪਦੇ ਨੇ। ਹਿਰਦੇ ਦੇ ਵਿੱਚ ਵਿਕਾਰਾਂ ਦੀ ਅੱਗ ਹੈ, ਵਿਕਾਰਾਂ ਦੇ ਕਾਰਨ ਉਹਨਾਂ ਦਾ ਹਿਰਦਾ ਜਲਦਾ ਬਲਦਾ ਹੈ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕੀਤਿਆਂ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਉਹਨਾਂ ਦੇ ਮਨ ਵੀ ਜਿਹੜੇ ਨੇ ਉਹ ਸ਼ਾਂਤ ਹੁੰਦੇ ਨੇ, ਮਨ ਵੀ ਠੰਡੇ ਹੁੰਦੇ ਨੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ ਤੇ ਸੰਗਤ ਕਰਦੇ ਕਰਦੇ ਉਸ ਰੱਬ ਦੀ ਸਿਫਤ ਸਲਾਹ ਕਰਦੇ ਨੇ। ਰੱਬੀ ਸਿਫਤ ਸਲਾਹ ਦੀਆਂ ਗੱਲਾਂ ਉਹਨਾਂ ਸੰਤ ਮੰਡਲੀ ਦੇ ਮਹਾਂਪੁਰਖਾਂ ਨਾਲ ਕਰਦੇ ਨੇ। ਇਹ ਵਿਚਾਰ ਚਰਚਾ ਰੋਜ਼ਾਨਾ ਚੱਲਦੀ ਹੈ। ਤੇ ਇਸ ਵਿਧੀ ਨੂੰ ਦੇਖਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਜਦੋਂ ਆਪਣੇ ਪੁੱਤਰ ਨੂੰ ਦੇਖਦੇ ਨੇ ਵੀ ਸਾਡਾ ਪੁੱਤਰ ਸੰਤਾਂ ਦੇ ਵਿੱਚ ਜਾ ਕੇ ਵਿਚਰਦਾ ਹੈ, ਤਾਂ ਮਾਤਾ ਦੇ ਮਨ ਦੇ ਵਿੱਚ ਥੋੜਾ ਚਿੰਤਾ ਹੁੰਦੀ ਹੈ ਕਿ ਕਿਤੇ ਸਾਡਾ ਪੁੱਤਰ ਵੀ ਫਕੀਰੀ ਨਾ ਧਾਰਨ ਕਰ ਲਵੇ, ਕਿਤੇ ਸਾਡਾ ਪੁੱਤਰ ਵੀ ਇਹਨਾਂ ਦੇ ਟੋਲੇ ਦੇ ਨਾਲ ਨਾ ਚਲਾ ਜਾਵੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਮਾਤਾ ਜੀ ਦੇ ਮਨ ਦੇ ਵਿੱਚ ਚਿੰਤਾ ਹੈ। ਆਓ ਅਗਲੇਰੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸੁਨੋ ਤਾਤ ਚਿਤ ਬਾਤ ਵਿਚਾਰੋ, ਨਿਜ ਕਾਰਜ ਕੀਜੈ ਨਿਰਧਾਰੋ। ਜਦੋਂ ਮਾਤਾ ਜੀ ਆਪਣੇ ਪੁੱਤਰ ਨੂੰ ਦੇਖਦੇ ਨੇ ਨਾ ਵੀ ਸਾਡਾ ਪੁੱਤਰ ਚੁੱਪਚਾਪ ਰਹਿੰਦਾ ਹੈ, ਨਗਰ ਦੇ ਬਾਹਰ ਜਾ ਕੇ ਕਿਤੇ ਰੁੱਖ ਦੀ ਛਾਂ ਦੇ ਹੇਠ ਬੈਠ ਜਾਂਦੇ ਨੇ ਜਾਂ ਕਿਤੇ ਸੰਤਾਂ ਦੇ ਵਿੱਚ ਜਾ ਕੇ ਵਿਚਰਦੇ ਨੇ, ਤਾਂ ਮਾਤਾ ਦੇ ਮਨ ਦੇ ਵਿੱਚ ਚਿੰਤਾ ਹੁੰਦੀ ਹੈ ਵੀ ਇਹ ਚੁੱਪਚਾਪ ਰਹਿੰਦੇ ਨੇ। ਬਹੁਤਾ ਲੋਕਾਂ ਦੇ ਨਾਲ ਕਿਸੇ ਨਾਲ ਵੀ ਵਾਰਤਾਲਾਪ ਨਹੀਂ ਕਰਦੇ, ਆਪਣੇ ਸੰਗੇ ਸਾਥੀਆਂ ਦੇ ਨਾਲ ਵੀ ਨਹੀਂ ਖੇਡਦੇ, ਇਕਾਂਤ ਵਸ ਹੋ ਕੇ ਆਪਣਾ ਜੀਵਨ ਨਿਰਵਾਹ ਕਰ ਰਹੇ ਨੇ। ਤਾਂ ਇਹ ਸਾਰਾ ਕੁਝ ਦੇਖ ਕੇ ਮਾਤਾ ਜੀ ਆਖਦੇ ਨੇ, ਸੁਨੋ ਤਾਤ ਚਿਤ ਬਾਤ ਵਿਚਾਰੋ। ਹੇ ਪੁੱਤਰ ਜੀ ਸੁਣੋ, ਆਪਣੇ ਚਿੱਤ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ, ਆਪਣੇ ਮਨ ਦੇ ਵਿੱਚ ਇਸ ਗੱਲ ਦੀ ਵਿਚਾਰ ਚਰਚਾ ਕਰੋ, ਨਿਜ ਕਾਰਜ ਕੀਜੈ ਨਿਰਧਾਰੋ। ਵੀ ਆਪਣੇ ਨਿੱਜੀ ਕਾਰਜ ਵਾਸਤੇ ਸੋਚ ਸਮਝ ਕੇ ਕੁਝ ਕਰੋ, ਵੀ ਜਿਸ ਦੇ ਨਾਲ ਘਰ ਦੇ ਵਿੱਚ ਧਨ ਦੀ ਪ੍ਰਾਪਤੀ ਹੋਵੇ, ਘਰ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਸਾਡੀ ਵੀ ਕੁਝ ਮਦਦ ਹੋ ਸਕੇ। ਉਸ ਦੇ ਲਈ ਤੁਸੀਂ ਇਹੋ ਜਿਹਾ ਕੁਝ ਚਿੱਤ ਦੇ ਵਿੱਚ ਵਿਚਾਰ ਚਰਚਾ ਕਰੋ ਜਿਸ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਵੀ ਚੱਲੇ। ਤੁਸੀਂ ਕੋਈ ਕੰਮ ਕਾਜ ਵੱਲ ਕਰਨ ਬਾਰੇ ਸੋਚੋ, ਆਪਣੇ ਮਨ ਦੇ ਵਿੱਚ ਇਸ ਪੱਖ ਤੋਂ ਵਿਚਾਰ ਕਰੋ। ਤੁਝ ਕਿਉਂ ਬਣੇ ਫਕੀਰਨ ਸੰਗਾ, ਗ੍ਰਹਿਸਥ ਕਾਜ ਕਰਿਐ ਸ ਅਮੰਗਾ। ਤੇ ਫਿਰ ਕਹਿੰਦੇ ਮਾਤਾ ਜੀ ਆਖਦੇ ਨੇ ਵੀ ਤੁਸੀਂ ਇਹਨਾਂ ਸੰਤਾਂ ਫਕੀਰਾਂ ਦੀ ਸੰਗਤ ਕਿਉਂ ਕਰਦੇ ਹੋ, ਕਿਉਂ ਇਹਨਾਂ ਦੇ ਨਾਲ ਜਾਂਦੇ ਹੋ, ਕਿਉਂ ਇਹਨਾਂ ਦੇ ਵਿੱਚ ਵਿਚਰਦੇ ਹੋ। ਗ੍ਰਹਿਸਥ ਕਾਜ ਕਰਿਐ ਸੋ ਅਮੰਗਾ, ਜਿਹੜੇ ਗ੍ਰਹਿਸਤੀ ਦੇ ਕਾਰਜ ਵਾਸਤੇ ਵੀ ਉਤਸ਼ਾਹ ਨਾਲ ਕੁਝ ਕਰੋ। ਤੁਹਾਡਾ ਜੀਵਨ ਜਿਹੜਾ ਹੈ ਨਾ, ਇਹ ਗ੍ਰਸਤ ਦੇ ਵਿੱਚ ਪ੍ਰਵੇਸ਼ ਕਰਕੇ ਤੁਸੀਂ ਇਸ ਦੇ ਵਾਸਤੇ ਵੀ ਕੁਝ ਸੋਚ ਵਿਚਾਰ ਕਰੋ, ਕੁਝ ਚੰਗੇ ਪੱਖ ਤੋਂ ਵਿਚਾਰ ਚਰਚਾ ਕਰੋ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਜੀਵਨ ਨਿਰਵਾਹ ਕਰਨਾ ਹੈ, ਕਿਸ ਤਰੀਕੇ ਦੇ ਨਾਲ ਆਪਣਾ ਘਰ ਪਰਿਵਾਰ ਚਲਾਉਣਾ ਹੈ। ਇਹ ਸਾਰਾ ਕੁਝ ਤੁਸੀਂ ਚੰਗੇ ਤਰੀਕੇ ਦੇ ਨਾਲ ਸੋਚੋ। ਕ੍ਰਿਖੀ ਕਰਨ ਕੀ ਜੇ ਨਹਿ ਪ੍ਰੀਤ, ਬਣ ਜੋ ਬਣਜ ਸਿੱਖੋ ਅਸਰੀਤੀ। ਤੇ ਮਾਤਾ ਜੀ ਫਿਰ ਆਖਦੇ ਨੇ, ਕਿਉਂਕਿ ਅਸੀਂ ਪਿਛਲੇ ਪ੍ਰਸੰਗ ਦੇ ਵਿੱਚ ਵੀ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਜੀ ਖੇਤੀ ਕਰਨ ਵਾਸਤੇ ਭੇਜਦੇ ਨੇ। ਇੱਥੇ ਮਾਤਾ ਜੀ ਉਹ ਵੀ ਪੱਖ ਰੱਖਦੇ ਨੇ ਵੀ ਹੇ ਪੁੱਤਰ ਜੀ, ਜੇਕਰ ਤੁਹਾਡਾ ਖੇਤੀ ਕਰਨ ਦੇ ਵਿੱਚ ਮਨ ਨਹੀਂ ਨਾ ਲੱਗਦਾ, ਜੇਕਰ ਤੁਸੀਂ ਕਿਸਾਨ ਦੀ ਜਿਹੜੀ ਕਿਰਤ ਹੈ, ਖੇਤੀਬਾੜੀ ਕਰਨ ਦੀ ਕਿਰਤ ਹੈ ਨਾ, ਜੇਕਰ ਤੁਹਾਡੀ ਉਸ ਕੰਮ ਦੇ ਵਿੱਚ ਵੀ ਰੁਚੀ ਨਹੀਂ ਹੈ, ਤਾਂ ਮਾਤਾ ਜੀ ਆਖਦੇ ਨੇ ਬਣਜੋ ਬਣਜ ਸਿੱਖੋ ਅਸਰੀਤੀ। ਤੇ ਕਹਿੰਦੇ ਵਪਾਰ ਕਰਨ ਦੀ ਰੀਤ ਸਿੱਖ ਲਓ, ਵੀ ਵਪਾਰੀ ਕਿਸ ਤਰ੍ਹਾਂ ਬਣਿਆ ਜਾ ਸਕਦਾ, ਵਪਾਰੀਆਂ ਵਾਲਾ ਕੰਮਕਾਜ ਸਿੱਖ ਲਓ। ਵੀ ਜੇ ਤੁਸੀਂ ਖੇਤੀਬਾੜੀ ਕਰਨ ਦੇ ਲਈ ਨਾ ਤੁਹਾਡਾ ਮਨ ਰਾਜੀ ਨਹੀਂ ਹੈ, ਵਪਾਰੀਆਂ ਵਾਲਾ ਕੋਈ ਹੱਟੀ ਚਲਾਉਣੀ ਸਿੱਖ ਲਓ, ਕੋਈ ਵਣਜ ਕਰਨਾ ਸਿੱਖ ਲਵੋ। ਕਰੋ ਕਾਰ ਕੋ ਹੋਏ ਸੁਚੇਤਾ, ਖਰਚ ਸੰਭਾਰੋ ਆਪਨ ਕੀਤਾ। ਕਹਿੰਦੇ ਉਹੋ ਜਿਹੀ ਕਾਰ ਕਰੋ ਜੋ ਤੁਹਾਡੇ ਜੀਵਨ ਦੇ ਲਈ ਲਾਭਦਾਇਕ ਹੋਵੇ, ਜਿਸ ਦਾ ਤੁਹਾਡੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦਾ ਲਾਭ ਹੋਵੇ, ਤੁਹਾਨੂੰ ਕੋਈ ਫਾਇਦਾ ਹੋਵੇ, ਇਹੋ ਜਿਹਾ ਕੰਮ ਕਾਰਜ ਕਰੋ। हे ਪੁੱਤਰ ਜੀ, ਆਪਣੇ ਘਰ ਦਾ ਖਰਚਾ ਸੰਭਾਲੋ, ਆਪਣੇ ਘਰ ਦੀ ਜ਼ਿੰਮੇਵਾਰੀ ਸੰਭਾਲੋ, ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝੋ
ਇਹੋ ਜਿਹਾ ਕਾਰਜ ਕਰੋ ਜਿਸ ਦੇ ਨਾਲ ਤੁਸੀਂ ਜ਼ਿੰਮੇਵਾਰੀਆਂ ਨਿਭਾ ਸਕੋ। ਕਰ ਉਪਾਏ ਜਬ ਦਰਬ ਉਪਾਵੋ, ਭਲ ਵਿਦ ਸੰਚੋ ਨਿਜ ਕਰ ਲਿਆਵੋ। ਕਹਿੰਦੇ ਜਦੋਂ ਤੁਸੀਂ ਕੰਮਕਾਰ ਕਰੋਗੇ, ਦੁਨਿਆਵੀ ਕੰਮ ਕਰੋਗੇ, ਵਣਜ ਵਪਾਰ ਕਰੋਗੇ, ਜਿਹੜਾ ਵੀ ਕਾਰਜ ਕਰੋਗੇ ਨਾ, ਜਦੋਂ ਤੁਸੀਂ ਉਹ ਮਿਹਨਤ ਕਰਕੇ ਘਰ ਦੇ ਵਿੱਚ ਪੈਸਾ ਲੈ ਕੇ ਆਵੋਗੇ, ਚੰਗੇ ਤਰੀਕੇ ਦੇ ਨਾਲ ਧਨ ਇਕੱਠਾ ਕਰਕੇ ਘਰ ਦੇ ਵਿੱਚ ਲਿਆਵੋਗੇ। ਕੋ ਖੱਤਰੀ ਤਬ ਕਰੇ ਨਿਹਾਰੂ, ਲਖੇ ਕਮਾਊ ਸਹਿ ਪਰਿਵਾਰੂ। ਤੇ ਕਹਿੰਦੇ ਜਦੋਂ ਕੋਈ ਵੀ ਖੱਤਰੀ ਤੁਹਾਨੂੰ ਇਸ ਤਰੀਕੇ ਦੇ ਨਾਲ ਵਣਜ ਵਪਾਰ ਕਰਦਾ ਵੇਖੇਗਾ ਨਾ, ਤੇ ਉਸ ਦੇ ਮਨ ਦੇ ਵਿੱਚ ਇਹ ਵਿਚਾਰ ਚਰਚਾ ਜ਼ਰੂਰ ਚੱਲੇਗੀ ਵੀ ਇਹ ਮਾਪਿਆਂ ਦਾ ਕਮਾਊ ਪੁੱਤ ਹੈ, ਆਪਣੇ ਘਰ ਪਰਿਵਾਰ ਦਾ ਸਾਰਾ ਖਿਆਲ ਰੱਖਦਾ ਹੈ, ਆਪਣੇ ਘਰਦਿਆਂ ਦਾ ਹੱਥ ਵਟਾਉਣ ਦੇ ਲਈ ਇਹ ਕੰਮਕਾਰ ਕਰ ਰਿਹਾ ਹੈ, ਵਣਜ ਕਰ ਰਿਹਾ ਹੈ, ਕੰਮਕਾਰ ਕਰ ਰਿਹਾ, ਜਿਸ ਦੇ ਨਾਲ ਘਰ ਦੇ ਵਿੱਚ ਘਰਦਿਆਂ ਦੀ ਵੀ ਮਦਦ ਹੋ ਸਕੇ। ਕਹਿੰਦੇ ਕੋਈ ਵੀ ਤੁਹਾਨੂੰ ਜਦੋਂ ਇਹ ਕੰਮਕਾਰ ਕਰਦੇ ਦੇਖੇਗਾ, ਉਹ ਤੁਹਾਡੀ ਵਡਿਆਈ ਕਰੇਗਾ, ਬੜਾ ਉਸ ਦੇ ਮਨ ਦੇ ਵਿੱਚ ਵੀ ਉਤਸ਼ਾਹ ਹੋਵੇਗਾ। ਨਿਜ ਤਨਿਆ ਤੁਝ ਦੇ ਵਿਵਾਹੀ, ਸੁਜਸ ਹੋਏ ਸਭ ਲੋਕਨ ਮਾਹੀ। ਨਿਜ ਦਾ ਭਾਵ ਹੁੰਦਾ ਆਪਣੀ, ਤਨਿਆ ਦਾ ਭਾਵ ਹੁੰਦਾ ਪੁੱਤਰੀ। ਤੇ ਕਹਿੰਦੇ ਵੀ ਜਦੋਂ ਤੁਸੀਂ ਇਸ ਤਰ੍ਹਾਂ ਕੰਮ ਕਾਜ ਕਰੋਗੇ ਨਾ, ਕਮਾਈ ਕਰੋਗੇ, ਘਰ ਦੇ ਵਿੱਚ ਧਨ ਦੌਲਤ ਲੈ ਕੇ ਆਵੋਗੇ, ਸਮਾਜ ਦੇ ਲੋਕ ਜਦੋਂ ਤੁਹਾਨੂੰ ਇਹੋ ਕੰਮ ਕਾਜ ਕਰਦੇ ਦੇਖਣਗੇ, ਕੋਈ ਨਾ ਕੋਈ ਕਹਿੰਦੇ ਵੀ ਤੁਹਾਨੂੰ ਕੰਮ ਕਾਜ ਕਰ ਦੇਖਦੇ ਆ ਉਤਸ਼ਾਹ ਹੁੰਦਾ ਆਪਣੀ ਪੁੱਤਰੀ ਦਾ ਵਿਆਹ ਵੀ ਤੁਹਾਡੇ ਨਾਲ ਕਰਾ ਦੇਵੇਗਾ। ਇਸੇ ਤਰ੍ਹਾਂ ਕਹਿੰਦੇ ਸੋ ਜਸ ਹੋਏ ਸਭ ਲੋਕਨ ਮਾਹੀ, ਤੇ ਤੁਹਾਡਾ ਸਾਰੇ ਲੋਕਾਂ ਦੇ ਵਿੱਚ ਜਸ ਹੋਵੇਗਾ, ਸ੍ਰੇਸ਼ਟ ਜਸ ਹੋਵੇਗਾ। ਲੋਕ ਤੁਹਾਡੀ ਆਰਾਧਨਾ ਕਰਨਗੇ, ਤੁਹਾਡੀ ਜੈ ਜੈਕਾਰ ਕਰਨਗੇ ਵੀ ਇਹ ਦੇਖੋ ਪਟਵਾਰੀ ਦਾ ਪੁੱਤਰ ਵੀ ਚੰਗੇ ਕੰਮ ਕਾਜ ਲੱਗ ਗਿਆ, ਕਿਸੇ ਚੰਗੇ ਕੰਮ ਕਰਨ ਦੇ ਵਿੱਚ ਰੁਚੀ ਰੱਖਦਾ ਹੈ ਪਟਵਾਰੀ ਦਾ ਪੁੱਤਰ। ਜਦੋਂ ਇਹ ਸਾਰਾ ਕੁਝ ਦੇਖਣਗੇ ਤਾਂ ਤੁਹਾਡੇ ਜਿਹੜੇ ਨਾਲ ਦੇ ਲੋਕ ਜਿਹੜੇ ਵੀ ਵਿਚਰਨਗੇ ਨਾ, ਨਗਰ ਦੇ ਲੋਕ, ਤੁਹਾਡੀ ਜੈ ਜੈਕਾਰ ਕਰਨਗੇ। ਅਬ ਕਾਜਣ ਤੇ ਲਖੇ ਉਦਾਸੂ, ਮਿਲ ਕਰ ਮੁਣਜ ਕਰੇ ਉਪਹਾਸੂ। ਤੇ ਕਹਿੰਦੇ ਹੁਣ ਜਦੋਂ ਵੀ ਤੁਹਾਨੂੰ ਮਨੁੱਖ ਦੇਖਦੇ ਨੇ, ਨਗਰ ਦੇ ਲੋਕ ਦੇਖਦੇ ਨੇ, ਤੁਹਾਡੇ ਸੰਗੀ ਸਾਥੀ ਦੇਖਦੇ ਨੇ, ਸ਼ਰੀਕੇ ਭਾਈਚਾਰੇ ਦੇ ਲੋਕ ਦੇਖਦੇ ਨੇ ਵੀ ਇਹ ਕੋਈ ਵੀ ਕੰਮ ਕਾਜ ਚੰਗੀ ਤਰੀਕੇ ਦੇ ਨਾਲ ਨਹੀਂ ਕਰਦਾ। ਕਿਉਂਕਿ ਇਸ ਦੇ ਪਿਤਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਖਦੇ ਨੇ ਕਿ ਦੁਨਿਆਵੀ ਲੋਕ ਇਹ ਆਖਦੇ ਨੇ ਵੀ ਦੇਖੋ ਪਟਵਾਰੀ ਦਾ ਪੁੱਤਰ ਕੋਈ ਵੀ ਕੰਮ ਨਹੀਂ ਕਰਦਾ। ਇਹਨਾਂ ਦੇ ਪਿਤਾ ਜੀ ਨੇ ਵੀ ਇਹਨਾਂ ਨੂੰ ਖੇਤੀ ਕਰਨ ਦੇ ਲਈ ਭੇਜਿਆ, ਗਾਵਾਂ ਮੱਝਾਂ ਚਰਾਉਣ ਦੇ ਲਈ ਵੀ ਭੇਜਿਆ, ਪਰ ਕੋਈ ਵੀ ਕੰਮ ਇਹਨਾਂ ਨੇ ਚੰਗੇ ਤਰੀਕੇ ਦੇ ਨਾਲ ਨਹੀਂ ਕੀਤਾ। ਤੇ ਕਹਿੰਦੇ ਇਸ ਕਰਕੇ ਮਾਤਾ ਜੀ ਆਖਦੇ ਨੇ ਵੀ ਦੁਨਿਆਵੀ ਲੋਕ ਆਖਦੇ ਨੇ ਵੀ ਇਹਨਾਂ ਦਾ ਪੁੱਤਰ ਕੰਮ ਕਾਜ ਦੇ ਵਿੱਚ ਰੁਚੀ ਨਹੀਂ ਰੱਖਦਾ। ਤੇ ਇਸ ਕਰਕੇ ਜਿਹੜੇ ਸਾਰੇ ਲੋਕ ਨੇ ਨਾ ਹਾਸਾ ਮਜ਼ਾਕ ਕਰਦੇ ਨੇ, ਤੁਹਾਡਾ ਮਖੌਲ ਉਡਾਉਂਦੇ ਨੇ, ਮਜ਼ਾਕ ਕਰਦੇ ਨੇ। ਕਹੇ ਨੇ ਲਾਇਕ ਤਿਨ ਕੋ ਤਾਤਾ, ਕਸੂ ਨਾ ਕ੍ਰਿਤ ਕਰਨ ਕੀ ਗਿਆਤਾ। ਕਹਿੰਦੇ ਉਹੀ ਲੋਕ ਫਿਰ ਇਹ ਆਖਦੇ ਨੇ ਵੀ ਤਾਤਾ ਦਾ ਭਾਵ ਹੁੰਦਾ ਪੁੱਤਰ। ਕਹਿੰਦੇ ਇਹਨਾਂ ਦਾ ਜਿਹੜਾ ਪੁੱਤਰ ਹੈ ਨਾ ਬੜਾ ਨਲਾਇਕ ਹੈ, ਇਹਨੂੰ ਤਾਂ ਕੰਮ ਕਰਨ ਦੀ ਥੋੜੀ ਵੀ ਜਾਂਚ ਨਹੀਂ, ਥੋੜੀ ਬਹੁਤੀ ਵੀ ਸਮਝ ਨਹੀਂ ਵੀ ਕਿੱਦਾਂ ਕੰਮ ਕਾਜ ਕਰਨਾ ਹੈ, ਕਿਵੇਂ ਖੇਤੀ ਕਰਨੀ ਹੈ, ਕਿਵੇਂ ਗਾਵਾਂ ਮੱਝਾਂ ਨੂੰ ਚਰਾਉਣਾ ਹੈ। ਇਹ ਦੁਨੀਆ ਦੇ ਲੋਕ ਆਪਣੀ ਮੱਤ ਦੇ ਅਨੁਸਾਰ ਉਹ ਗੱਲਾਂ ਬਾਤਾਂ ਕਰਦੇ ਨੇ। ਆਮ ਤੌਰ ਦੇ ਉੱਤੇ ਨਾ ਕਈ ਵਾਰੀ ਜਦੋਂ ਸਾਡੇ ਧੀਆਂ ਪੁੱਤਰ ਵੀ ਪੜ੍ਹਾਈ ਕਰਕੇ ਕਿਤੇ ਘਰੇ ਥੋੜਾ ਚਿਰ ਰਹਿ ਜਾਣ, ਕਿਤੇ ਸਟੱਡੀ ਤੋਂ ਬਾਅਦ ਜੋਬ ਦੇ ਲਈ ਅਪਲਾਈ ਕਰਦੇ ਨੇ, ਤਾਂ ਥੋੜਾ ਬਹੁਤਾ ਜੇਕਰ ਵਿੱਚ ਗੈਪ ਪੈ ਜਾਵੇ ਨਾ, ਤਾਂ ਘਰ ਦੇ ਚਾਹੇ ਬੇਸ਼ੱਕ ਕਹਿਣ ਚਾਹੇ ਨਾ ਕਹਿਣ, ਪਰ ਆਲੇ ਦੁਆਲੇ ਦੇ ਸ਼ਰੀਕੇ ਭਾਈਚਾਰੇ ਦੇ ਲੋਕ, ਆਂਢ ਗੁਆਂਢ ਵਾਲਿਆਂ ਨੂੰ ਇਹ ਜ਼ਿਆਦਾ ਤਕਲੀਫ ਹੁੰਦੀ ਵੀ ਦੇਖੋ ਭਾਈ ਪੜ੍ਹਾ ਕੇ ਵੀ ਘਰੇ ਬਿਠਾਇਆ ਹੋਇਆ ਹੈ, ਪੜ੍ਹਾ ਕੇ ਵੀ ਕਿਸੇ ਕੰਮ ਕਾਜ ਦੇ ਵਿੱਚ ਨਹੀਂ ਲਾਇਆ, ਇਹ ਤਾਂ ਵਿਹਲਾ ਫਿਰਦਾ ਹੈ। ਇਸੇ ਤਰ੍ਹਾਂ ਦੁਨੀਆ ਦੇ ਲੋਕ ਗੱਲਾਂ ਬਾਤਾਂ ਕਰਦੇ ਨੇ ਵੀ ਦੇਖੋ ਪੁੱਤਰ ਨੂੰ ਤਾਂ ਮਾੜੀ ਮੋਟੀ ਵੀ ਇਹਨੂੰ ਸਮਝ ਨਹੀਂ ਵੀ ਕਿਵੇਂ ਵਣਜ ਕਰਨਾ ਹੈ, ਕਿਵੇਂ ਵਪਾਰ ਕਰਨਾ, ਕਿਵੇਂ ਕੰਮ ਕਾਜ ਕਰਨਾ। ਇਹ ਦੁਨੀਆ ਦੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਇਹ ਬਚਨ ਆਖਦੇ ਨੇ। ਲਖੇਦਾਰ ਦੀ ਕੋ ਮਤਹੀਨਾ, ਕੋ ਪਾਖੇ ਇਹ ਬਲ ਤੇ ਸ਼ੀਨਾ। ਮਾਤਾ ਜੀ ਆਖਦੇ ਨੇ ਕਿ ਸਾਨੂੰ ਸੁਣਨ ਦੇ ਵਿੱਚ ਆਇਆ ਹੈ, ਇਹ ਗੱਲ ਸਾਡੇ ਤੱਕ ਪਹੁੰਚੀਆਂ ਨੇ ਵੀ ਇਹਨਾਂ ਦਾ ਪੁੱਤਰ ਬਹੁਤ ਆਲਸੀ ਹੈ, ਉਸ ਦੇ ਵਿੱਚ ਇਹੋ ਜਿਹੀ ਕੋਈ ਵੀ ਸ਼ਕਤੀ ਨਹੀਂ, ਉਹ ਸ਼ਕਤੀਹੀਨ ਹੋ ਗਿਆ ਹੈ।
ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਲ ਨਹੀਂ ਵੀ ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਬੁੱਧੀ ਦੀ ਵਰਤੋਂ ਕਰਕੇ ਕੋਈ ਚੰਗਾ ਕੰਮ ਕਾਜ ਕਰ ਲਵੇ, ਕੋਈ ਚੰਗਾ ਕਾਰਜ ਆਰੰਭ ਕਰ ਲਵੇ। ਦੁਨੀਆ ਦੇ ਲੋਕ ਇਹ ਗੱਲਾਂ ਕਰਦੇ ਨੇ ਪੁੱਤਰ ਜੀ ਤੁਹਾਡੇ ਬਾਰੇ, ਵਜਰ ਸਮਾਨ ਬਚਨ ਉਪਹਾਸੂ, ਕਹੈ ਸ਼ਰੀਕ ਈਰਖਾ ਜਾਸੂ। ਤੇ ਇਸੇ ਤਰ੍ਹਾਂ ਕਹਿੰਦੇ ਵੀ ਜਿਹੜੇ ਸ਼ਰੀਕੇ ਦੇ ਲੋਕ ਨੇ ਨਾ, ਜਿਹੜੇ ਆਪਣੀ ਬਰਾਦਰੀ ਦੇ ਵੀ ਲੋਕ ਨੇ, ਉਹ ਵੀ ਕਹਿੰਦੇ ਹਾਸਾ ਮਜ਼ਾਕ ਕਰਦੇ ਨੇ, ਉਹ ਵੀ ਤੁਹਾਡੇ ਪ੍ਰਤੀ ਮਖੌਲ ਉਡਾਉਂਦੇ ਨੇ। ਤੇ ਕਹਿੰਦੇ ਕਹੈ ਸ਼ਰੀਕ ਈਰਖਾ ਜਾਸੂ, ਜੋ ਕੁਝ ਈਰਖਾ ਵਸ ਹੋ ਕੇ ਕਹਿੰਦੇ ਨੇ ਨਾ, ਕਹਿੰਦੇ ਉਸ ਨੂੰ ਕਿਸ ਤਰ੍ਹਾਂ ਸਹਾਰਾਂਗੇ। ਹਮ ਉਰ ਜਰੇ ਜਾਏ ਸੋ ਕੈਸੂ, ਦੁਖੇ ਬਦਰ ਟਿਗਰੰਬਾ ਜੈਸੇ। ਕਹਿੰਦੇ ਜਿਹੜੇ ਉਹ ਈਰਖਾ ਭਰੇ ਬਚਨ ਆਖਦੇ ਨੇ, ਜਿਹੜਾ ਤੁਹਾਡੇ ਪ੍ਰਤੀ ਨਿਰਾਦਰ ਆਖ ਕਰਦੇ ਨੇ, ਤੁਹਾਡੀ ਸ਼ਾਨ ਦੇ ਖਿਲਾਫ ਬੋਲਦੇ ਨੇ, ਕਹਿੰਦੇ ਉਹਨਾਂ ਨੂੰ ਹੁਣ ਅਸੀਂ ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਸਹਾਈਏ, ਕਿਸ ਤਰ੍ਹਾਂ ਸਹਾਰਨ ਕਰੀਏ, ਕਿਸ ਤਰ੍ਹਾਂ ਅਸੀਂ ਆਪਣੇ ਮਨ ਦੇ ਵਿੱਚ ਉਹਨਾਂ ਦੇ ਬਚਨਾਂ ਨੂੰ ਦਵਾਈਏ, ਕਿੰਨਾ ਚਿਰ ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਰਹੀਏ। ਕਹਿੰਦੇ ਸਾਡੀ ਤਾਂ ਉਹ ਹਾਲਤ ਹੋ ਗਈ ਹੈ ਵੀ ਜਿਵੇਂ ਕਹਿੰਦੇ ਕੇਲੇ ਦੇ ਰੁੱਖ ਦੇ ਕੋਲ ਹੈ ਨਾ ਕਿਸੇ ਬੇਰੀ ਦਾ ਰੁੱਖ ਹੋਵੇ, ਜਾਂ ਬੇਰੀ ਦੇ ਰੁੱਖ ਦੇ ਕੋਲ ਕੇਲੇ ਦਾ ਰੁੱਖ ਲੱਗਾ ਹੋਵੇ। ਗੁਰਬਾਣੀ ਦੇ ਵਿੱਚ ਵੀ ਇਸ ਪੱਖ ਤੋਂ ਉਦਾਹਰਨਾਂ ਵਰਤੀਆਂ ਗਈਆਂ ਨੇ। ਕਿਉਂਕਿ ਬੇਰੀ ਦੇ ਜਿਹੜੇ ਹੁੰਦੇ ਨੇ ਨਾ, ਬੇਰੀ ਦੇ ਰੁੱਖ ਨੂੰ ਬਰੀਕ ਬਰੀਕ ਕੰਢੇ ਹੁੰਦੇ ਨੇ, ਅਸੀਂ ਦੇਖ ਲੈਂਦੇ ਹਾਂ। ਪਰ ਜਿਹੜਾ ਕੇਲੇ ਦਾ ਰੁੱਖ ਹੁੰਦਾ ਨਾ, ਉਸ ਦੇ ਪੱਤੇ ਬਹੁਤ ਲੰਬੇ ਲੰਬੇ ਸਿੱਧੇ ਹੁੰਦੇ ਨੇ। ਜਦੋਂ ਹਵਾ ਆਉਂਦੀ ਹੈ ਤਾਂ ਉਹ ਕੇਲੇ ਦੇ ਪੱਤੇ ਬੇਰੀ ਦੇ ਨਾਲ ਖਹਿੰਦੇ ਨੇ, ਤੇ ਉਹ ਕੰਢਿਆਂ ਦੇ ਨਾਲ ਉਹ ਬੇਰੀ ਦੇ ਜਿਹੜੇ ਕੇਲੇ ਦੇ ਰੁੱਖ ਦੇ ਪੱਤੇ ਨੇ ਨਾ, ਉਹ ਸਾਰੇ ਜਿਹੜੇ ਉਹ ਛੰਨੀ ਕਰ ਦਿੰਦਾ, ਉਹ ਸਾਰੇ ਉਹ ਕੰਢਿਆਂ ਦੇ ਨਾਲ ਉਹ ਲੀਰਾ ਲੀਰਾ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਭਾਵ ਕਹਿੰਦੇ ਇਹ ਸਾਡੀ ਤਾਂ ਉਹ ਹਾਲਤ ਹੋ ਗਈ ਵੀ ਜਿਵੇਂ ਕੇਲੇ ਦਾ ਰੁੱਖ ਕਿਸੇ ਬੇਰੀ ਦੇ ਰੁੱਖ ਦੇ ਕੋਲ ਲੱਗਾ ਹੋਵੇ। ਭਾਵ ਅਸੀਂ ਇਹੋ ਕੁਝ ਸਹਾਰ ਰਹੇ ਆਪਣੇ ਜੀਵਨ ਦੇ ਵਿੱਚ, ਸਾਡਾ ਨੁਕਸਾਨ ਹੋ ਰਿਹਾ। ਤੇ ਇਸੇ ਤਰ੍ਹਾਂ ਕਹਿੰਦੇ ਦੁਨੀਆ ਦੇ ਲੋਕ ਜਿਹੜੇ ਨੇ ਤੁਹਾਡੇ ਬਾਰੇ ਮੰਦਾ ਆਖਦੇ ਨੇ। ਸੰਗਤ ਤਜੋ ਫਕੀਰਨ ਕੇਰੀ, ਪੰਕਤ ਬੈਸੋ ਗਿਆਤਨ ਹੈਰੀ। ਕਹਿੰਦੇ ਵੀ ਤੁਸੀਂ ਇਹਨਾਂ ਫਕੀਰਾਂ ਦੀ, ਇਹਨਾਂ ਸੰਤਾਂ ਦੀ ਸੰਗਤ ਕਰਨੀ ਛੱਡ ਦਿਓ। ਮਾਤਾ ਜੀ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਵੀ ਤੁਸੀਂ ਇਹਨਾਂ ਫਕੀਰਾਂ ਦੀ ਸੰਗਤ ਦੇ ਵਿੱਚ ਨਾ ਜਾਇਆ ਕਰੋ। ਕਹਿੰਦੇ ਇਹ ਸਾਰਾ ਕੁਝ ਛੱਡ ਕੇ ਪੰਕਤ ਬੈਸੋ ਗਿਆਤਨ ਹੇਰੀ। ਗਿਆਤਨ ਦਾ ਭਾਵ ਜਿਹੜੇ ਜਾਣਦੇ ਨੇ, ਜਾਣ ਪਹਿਚਾਣ ਵਾਲੇ ਨੇ, ਜਿਹੜੇ ਸਕੇ ਸੰਬੰਧੀ ਨੇ। ਕਹਿੰਦੇ ਜਿਹੜੇ ਆਪਣੇ ਸ਼ਰੀਕੇ ਭਾਈਚਾਰੇ ਦੇ ਲੋਕ ਨੇ ਨਾ, ਜਿਹੜੇ ਸਕੇ ਸੰਬੰਧੀ ਨੇ, ਜਿਹੜੇ ਆਪਾਂ ਨੂੰ ਜਾਣਦੇ ਨੇ, ਕਹਿੰਦੇ ਤੁਸੀਂ ਇਹਨਾਂ ਫਕੀਰਾਂ ਦੀ ਸੰਗਤ ਛੱਡ ਕੇ, ਇਹਨਾਂ ਸੰਤਾਂ ਦੀ ਸੰਗਤ ਛੱਡ ਕੇ ਆਪਣੇ ਜਿਹੜੇ ਲੋਕ ਨੇ ਨਾ ਜਾਣ ਪਹਿਚਾਣ ਵਾਲੇ, ਉਹਨਾਂ ਦੇ ਨਾਲ ਰਿਹਾ ਕਰੋ, ਉਹਨਾਂ ਦੇ ਵਿੱਚ ਵਿਚਰਿਆ ਕਰੋ। ਜੋ ਨਿਜ ਨਿਜ ਕਰ ਹੈ ਸੋ ਕਾਜਾ, ਤਿਉ ਤੁਮ ਕਰੋ ਤਾਤ ਲਖ ਲਾਜਾ। ਤੇ ਕਹਿੰਦੇ ਇੱਜ਼ਤ ਨੂੰ ਸਮਝੋ ਵੀ ਤੁਹਾਡੇ ਪਿਤਾ ਜੀ ਦੀ ਸਮਾਜ ਦੇ ਵਿੱਚ ਬਹੁਤ ਇੱਜ਼ਤ ਹੈ ਨਾ, ਉਸ ਇੱਜ਼ਤ ਨੂੰ ਸਮਝੋ। ਕਹਿੰਦੇ ਇੱਜ਼ਤ ਦੀ ਪਹਿਚਾਣ ਕਰਦਿਆਂ, ਲੱਜਿਆ ਦੀ ਪਹਿਚਾਣ ਕਰਦਿਆਂ, ਕਹਿੰਦੇ ਤੁਸੀਂ ਆਪੋ ਆਪਣਾ ਜਿਹੜਾ ਕੰਮ ਕਾਰਜ ਕਰਦੇ ਹੋ ਨਾ, ਜਿਹੜਾ ਸਾਰੇ ਕੰਮ ਕਾਰ ਕਰਦੇ ਨੇ, ਤੇ ਇਸੇ ਤਰ੍ਹਾਂ ਕਹਿੰਦੇ ਤੁਸੀਂ ਵੀ ਆਪਣਾ ਕੰਮ ਕਾਰ ਕਰਿਆ ਕਰੋ। ਤੇ ਤੁਮ ਕਰੋ ਤਾਤ ਲਖ ਲਾਜਾ। ਤੇ ਕਹਿੰਦੇ ਇੱਜ਼ਤ ਦੇ ਅਨੁਸਾਰ ਵੀ ਤੁਹਾਡੀ ਸਮਾਜ ਦੇ ਵਿੱਚ ਇੱਜ਼ਤ ਬਣੀ ਰਵੇ। ਲੋਕ ਤੁਹਾਨੂੰ ਇਹ ਨਾ ਕਹਿਣ ਵੀ ਇਹ ਵਿਹਲਾ ਫਿਰ ਰਿਹਾ, ਲੋਕ ਇਹ ਨਾ ਕਹਿਣ ਵੀ ਘਰਦਿਆਂ ਨੇ ਵਿਹਲੇ ਨੂੰ ਘਰੇ ਬਿਠਾਇਆ ਹੋਇਆ। ਤੇ ਇਸ ਕਰਕੇ ਆਪਣੀ ਇੱਜ਼ਤ ਦਾ ਖਿਆਲ ਰੱਖਦੇ ਹੋਏ ਨਾ ਤੁਸੀਂ ਕੋਈ ਵੀ ਕੰਮ ਕਾਜ ਆਰੰਭ ਕਰ ਲਓ। ਸੁਣੇ ਸਬੈ ਬਚ ਜੇ ਕਹਿ ਮਾਤਾ, ਚਿਤ ਨਾ ਲਗਿਆ ਕੋ ਬਾਤਾ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਮਾਤਾ ਜੀ ਦੇ ਸਾਰੇ ਬਚਨ ਸੁਣੇ ਨੇ। ਜੋ ਕੁਝ ਮਾਤਾ ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਨਾ, ਅਖੀਰ ਦੇ ਵਿੱਚ ਇਹੀ ਹੁੰਦਾ ਕਿ ਮਾਂ-ਬਾਪ ਹਰੇਕ ਕੋਈ ਆਪਣੇ ਧੀਆਂ ਪੁੱਤਰ ਦੇ ਪ੍ਰਤੀ ਫਿਕਰਮੰਦ ਤਾਂ ਹੁੰਦਾ ਹੈ। ਇਸੇ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ। ਪਰ ਕਵੀ ਜੀ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਕੋਈ ਵੀ ਗੱਲ ਚੰਗੀ ਨਹੀਂ ਲੱਗੀ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇਖਦੇ ਨੇ ਵੀ ਸਾਰਾ ਪਰਿਵਾਰ ਇਸੇ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਵੀ ਭਾਈ ਧਨ ਦੌਲਤ ਇਕੱਠੀ ਕਰਨੀ ਹੈ, ਕੋਈ ਕੰਮ ਕਾਜ ਕਰਨਾ, ਘਰ ਦੇ ਵਿੱਚ ਧਨ ਆਵੇਗਾ, ਦੌਲਤ ਆਵੇਗੀ, ਪਰ ਕੋਈ ਵੀ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦੇ ਰਿਹਾ ਵੀ ਪਰਮਾਤਮਾ ਦੀ ਬੰਦਗੀ ਕਰਨੀ ਵੀ ਜ਼ਰੂਰੀ ਹੈ, ਪਰਮਾਤਮਾ ਦਾ ਭਜਨ ਕਰਨਾ ਵੀ ਜ਼ਰੂਰੀ ਹੈ। ਕੋਈ ਵੀ ਇਸ ਪੱਖ ਤੋਂ ਮੈਨੂੰ ਕਹਿਣ ਲਈ ਤਿਆਰ ਨਹੀਂ ਵੀ ਭਾਈ ਚੰਗੇ ਪਾਸੇ ਵੀ ਲੱਗ ਜਾਓ। ਤੇ ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਹਿੰਦੇ ਕੋਈ ਵੀ ਗੱਲ ਉਹ ਚੰਗੀ ਨਹੀਂ ਲੱਗੀ। ਪੁਨ ਪਣ ਰਹੇ ਪਾਏ ਮੁਖ ਵਸਨਾ,
ਤੂਸ਼ਣ ਪਏ ਸੋ ਬੋਲੇ ਕਸਨਾ। ਤੇ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸੀਸ ਦੇ ਉੱਤੇ, ਮੁਖੜੇ ਦੇ ਉੱਤੇ ਕਹਿੰਦੇ ਕੱਪੜਾ ਪਾ ਕੇ ਲੇਟ ਜਾਂਦੇ ਨੇ ਤੇ ਕਿਸੇ ਦੇ ਨਾਲ ਵੀ ਕੋਈ ਵੀ ਵਾਰਤਾਲਾਪ ਨਹੀਂ ਕਰਦੇ। ਭਰਾ ਭਗਤ ਮੈਂ ਭਗਤ ਦਸ਼ਾਸੀ, ਤਸ ਵਿਦ ਕੀਨੀ ਸ਼੍ਰੀ ਸੁਖ ਰਾਸੀ। ਤੇ ਇਸੇ ਤਰ੍ਹਾਂ ਕਹਿੰਦੇ ਸੁੱਖਾਂ ਦੀ ਰਾਸ ਹੁਣ ਇਸ ਵਿਧੀ ਦੇ ਵਿੱਚ ਰਹਿ ਰਹੇ ਨੇ, ਇਸ ਤਰੀਕੇ ਦੇ ਨਾਲ ਰਹਿ ਰਹੇ ਨੇ। ਜਿਹੜੇ ਸਾਰਿਆਂ ਨੂੰ ਸੁੱਖ ਪ੍ਰਦਾਨ ਕਰਦੇ ਸੀ ਨਾ, ਮੁਕਤੀ ਦੇ ਦਾਤੇ ਨੇ, ਸੁੱਖਾਂ ਦਾ ਸਮੁੰਦਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਹੁਣ ਕਿਸੇ ਦੇ ਨਾਲ ਵੀ ਵਾਰਤਾਲਾਪ ਨਹੀਂ ਕਰਦੇ, ਚੁੱਪਚਾਪ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ। ਰੈਣ ਦਿਵਸ ਪਰ ਰਹਿ ਨਿਕੇਤਾ, ਵਿਚਰ ਨਾ ਬੋਲੇ ਕਵੇ ਸੁਚੇਤਾ। ਰੈਣ ਦਾ ਭਾਵ ਹੈ ਰਾਤ, ਦਿਵਸ ਦਾ ਭਾਵ ਹੈ ਦਿਨ। ਕਹਿੰਦੇ ਦਿਨ ਰਾਤ ਚੁੱਪਚਾਪ ਪਏ ਰਹਿੰਦੇ ਨੇ, ਬਹੁਤਾ ਕੁਝ ਵੀ ਕਿਸੇ ਦੇ ਨਾਲ ਵਾਰਤਾਲਾਪ ਨਹੀਂ ਕਰਦੇ। ਵਿਚਰ ਨਾ ਬੋਲੇ ਕਵੇ ਸੁਚੇਤਾ, ਕਹਿੰਦੇ ਕਦੀ ਵੀ ਸੁਚੇਤ ਹੋ ਕੇ ਬੋਲਦੇ ਨਹੀਂ, ਨਾ ਹੀ ਕਿਸੇ ਦੇ ਨਾਲ ਬਹੁਤਾ ਗੱਲਬਾਤ ਕਰਦੇ ਨੇ ਤੇ ਨਾ ਹੀ ਕਿਸੇ ਦੇ ਨਾਲ ਬਹੁਤਾ ਖੇਡਦੇ ਨੇ ਆਪਣੇ ਸਾਥੀਆਂ ਦੇ ਨਾਲ। ਕਿਉਂਕਿ ਅਸੀਂ ਪਿੱਛੇ ਵੀ ਪ੍ਰਸੰਗ ਦੇ ਵਿੱਚ ਜ਼ਿਕਰ ਕੀਤਾ ਸੀ ਨਾ ਕਿ ਬਾਲਕ ਸਾਥੀਆਂ ਦੇ ਨਾਲ ਖੇਡਦੇ ਨੇ, ਬਾਲਕ ਸਾਥੀ ਵੀ ਉਹਨਾਂ ਦਾ ਸਾਥ ਨਹੀਂ ਛੱਡਦੇ ਵੀ ਕੋਈ ਨਾ ਕੋਈ ਅਸੀਂ ਇਹਨਾਂ ਤੋਂ ਚੰਗੀ ਸਿੱਖਿਆ ਹਾਸਲ ਕਰਾਂਗੇ। ਪਰ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਸੇ ਦੇ ਨਾਲ ਵੀ ਵਾਰਤਾਲਾਪ ਨਹੀਂ ਕਰਦੇ। ਪੇ ਉਨਮਤ ਨਿਮਗਨ ਆਨੰਦਾ, ਸਰਜ ਲਖੇ ਨਰ ਤਨ ਸੁਖ ਕੰਦਾ। ਤੇ ਕਹਿੰਦੇ ਬਾਹਰੀ ਤੌਰ ਦੇ ਉੱਤੇ ਬੇਫਿਕਰ ਹੋ ਕੇ ਬੱਤੀ ਤੋ ਰਹੇ ਨੇ, ਜਿਵੇਂ ਕੋਈ ਮਸਤ ਹੋਵੇ ਨਾ, ਤੇ ਇਸੇ ਤਰ੍ਹਾਂ ਕਹਿੰਦੇ ਮਸਤੀ ਦੇ ਵਸ ਪੈ ਕੇ, ਪਰ ਅੰਤਰ ਆਤਮੇ ਉਹਨਾਂ ਨੇ ਧਿਆਨ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਹੈ। ਅੰਤਰ ਆਤਮੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਪਰਮਾਤਮਾ ਦਾ ਸਿਮਰਨ ਕਰਦੇ ਨੇ, ਪਰ ਜ਼ੁਬਾਨ ਦੇ ਉੱਤੋਂ ਆਪਣੀ ਰਸਨਾ ਤੋਂ ਕਿਸੇ ਨੂੰ ਵੀ ਕੁਝ ਬੋਲਦੇ ਨਹੀਂ ਹੈ। ਤੇ ਇਸੇ ਤਰ੍ਹਾਂ ਕਹਿੰਦੇ ਸਰਜ ਲਖੇ ਨਰ ਤਨ ਮੁਕੰਦਾ, ਲੋਕ ਸੁੱਖਾਂ ਦੇ ਕੰਦ ਗੁਰੂ ਜੀ ਦੇ ਸਰੀਰ ਨੂੰ ਇਸ ਤਰ੍ਹਾਂ ਸਮਝਦੇ ਨੇ ਵੀ ਜਿਵੇਂ ਇਹ ਬੱਚਾ ਕੁਝ ਬੋਲ ਨਹੀਂ ਰਿਹਾ ਨਾ, ਸਾਰਿਆਂ ਦੇ ਮਨ ਦੇ ਵਿੱਚ ਇਹੀ ਹੁਣ ਗੱਲ ਚੱਲ ਰਹੀ ਹੈ, ਇਹੀ ਵਿਚਾਰ ਚਰਚਾ ਚੱਲ ਰਹੀ ਹੈ ਵੀ ਕਿਸੇ ਰੋਗ ਦਾ ਸ਼ਿਕਾਰ ਹੋ ਗਏ ਨੇ, ਇਹਨਾਂ ਨੂੰ ਕੋਈ ਰੋਗ ਲੱਗ ਗਿਆ ਹੈ ਵੀ ਜਿਹੜਾ ਕਿਸੇ ਦੇ ਨਾਲ ਬਹੁਤੀ ਵਾਰਤਾਲਾਪ ਨਹੀਂ ਕਰਦੇ, ਚੁੱਪਚਾਪ ਰਹਿੰਦੇ ਨੇ। ਕੋਈ ਨਾ ਕੋਈ ਜ਼ਰੂਰ ਇਹਨਾਂ ਨੂੰ ਰੋਗ ਲੱਗਾ ਹੋਇਆ ਹੈ। ਖਾਨ ਪਾਨ ਨਹਿ ਰੁਚ ਸੋ ਕਰਹੀ, ਸ਼ਾਂਤ ਬ੍ਰਿਤ ਮੁਖ ਤੂਸ਼ਣ ਧਰਹੀ। ਤੇ ਤੂਸ਼ਣ ਦਾ ਭਾਵ ਹੁੰਦਾ ਚੁੱਪ। ਕਹਿੰਦੇ ਮੁਖ ਤੋਂ ਇਹਨਾਂ ਨੇ ਚੁੱਪ ਧਾਰਨ ਕੀਤੀ ਹੋਈ ਹੈ ਤੇ ਨਾ ਹੀ ਚੰਗੇ ਤਰੀਕੇ ਦੇ ਨਾਲ ਇਹ ਭੋਜਨ ਪ੍ਰਸ਼ਾਦਾ ਪਾਣੀ ਛਕਦੇ ਨੇ, ਕੁਝ ਵੀ ਨਹੀਂ ਛਕਦੇ ਤੇ ਚੁੱਪਚਾਪ ਰਹਿੰਦੇ ਨੇ। ਕਹਿੰਦੇ ਪੱਕਾ ਕੋਈ ਇਹਨਾਂ ਨੂੰ ਕੋਈ ਨਾ ਕੋਈ ਰੋਗ ਲੱਗਾ ਹੋਇਆ। ਇਹ ਆਂਢ ਗੁਆਂਢ ਦੇ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਇਹਨਾਂ ਦੇ ਪੁੱਤਰ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਰੋਗ ਹੈ, ਇਹਦਾ ਇਲਾਜ ਕਰਨਾ ਚਾਹੀਦਾ। ਉਹ ਲੱਛਣ ਦੇਖ ਕੇ ਆਖਦੇ ਨੇ ਵੀ ਇਹ ਨਾ ਕਿਸੇ ਨਾਲ ਗੱਲਬਾਤ ਕਰਦੇ ਨੇ ਤੇ ਨਾ ਹੀ ਚੰਗੇ ਤਰੀਕੇ ਦੇ ਨਾਲ ਪ੍ਰਸ਼ਾਦਾ ਪਾਣੀ ਛਕਦੇ ਨੇ। ਇਹ ਆਪਸ ਦੇ ਵਿੱਚ ਹੁਣ ਦੁਨੀਆ ਦੇ ਲੋਕ ਗੱਲਾਂ ਬਾਤਾਂ ਕਰਦੇ ਨੇ। ਮਾਤ ਆਣ ਬੋ ਕਰ ਕਰ ਹੇਤੂ, ਅਸਨ ਖਵਾਵੇ ਮਧੁਰ ਸਮੇਤੂ। ਤੇ ਇਸੇ ਤਰ੍ਹਾਂ ਕਹਿੰਦੇ ਮਾਤਾ ਜੀ ਆਉਂਦੇ ਨੇ, ਪ੍ਰਸ਼ਾਦਾ ਪਾਣੀ ਲੈ ਕੇ ਆਉਂਦੇ ਨੇ, ਨਾਲ ਕੁਝ ਨਾ ਕੁਝ ਮਿੱਠਾ ਵੀ ਤਿਆਰ ਕਰ ਲੈਂਦੇ ਨੇ ਵੀ ਮੇਰੇ ਪੁੱਤਰ ਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਦਾ ਪਾਣੀ ਮੈਂ ਆਪਣੇ ਹੱਥਾਂ ਦੇ ਨਾਲ ਛਕਾਵਾਂਗੀ ਤੇ ਮੇਰੇ ਪੁੱਤਰ ਦੀ ਜਿਹੜੀ ਭੁੱਖ ਹੈ ਦੂਰ ਹੋ ਜਾਵੇਗੀ, ਇਹ ਤੰਦਰੁਸਤ ਹੋ ਜਾਵੇਗਾ, ਇਹਦਾ ਸਰੀਰ ਚੰਗਾ ਨਿਰੋਇਆ ਹੋ ਜਾਵੇਗਾ। ਪਰ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੁਝ ਵੀ ਛਕਣ ਨੂੰ ਤਿਆਰ ਨਹੀਂ ਹੁੰਦੇ। ਦੁਰਬਲ ਪਾਤਵ ਤਾਤ ਸਰੀਰਾ, ਕਿਉਂ ਨਾ ਕਹੋ ਨਿਜ ਰੁਜ ਕੀ ਪੀਰਾ। ਹੁਣ ਮਾਤਾ ਜੀ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਪੁੱਛਦੇ ਨੇ ਵੀ ਹੇ ਮੇਰੇ ਪੁੱਤਰ ਜੀ, ਤੁਸੀਂ ਮੈਨੂੰ ਹੀ ਦੱਸ ਦਿਓ, ਜੇ ਕਿਸੇ ਹੋਰ ਨਾਲ ਨਹੀਂ ਗੱਲ ਕਰਨ ਦਾ ਮਨ ਕਰਦਾ ਨਾ, ਤੁਸੀਂ ਮੇਰੇ ਨਾਲ ਗੱਲ ਕਰੋ। ਮੈਨੂੰ ਦੱਸੋ ਤੁਹਾਨੂੰ ਕੋਈ ਦੁੱਖ ਤਕਲੀਫ ਹੈ, ਕੋਈ ਰੋਗ ਹੈ, ਮੈਨੂੰ ਦੱਸੋ। ਪਰ ਇਸ ਤਰੀਕੇ ਦੇ ਨਾਲ ਤੁਸੀਂ ਚੁੱਪਚਾਪ ਨਾ ਰਹੋ। ਦੇਖੋ ਤੁਹਾਡਾ ਸਰੀਰ ਵੀ ਕਿੰਨਾ ਕਮਜ਼ੋਰ ਹੋ ਗਿਆ ਹੈ। ਤੁਸੀਂ ਨਾ ਚੰਗੇ ਤਰੀਕੇ ਦੇ ਨਾਲ ਕਿਸੇ ਨਾਲ ਗੱਲ ਕਰਦੇ ਹੋ, ਨਾ ਹੀ ਸਮਾਜ ਦੇ ਵਿੱਚ ਕਿਸੇ ਦੇ ਨਾਲ ਵੀ ਵਿਚਰਦੇ ਹੋ, ਨਾ ਹੀ ਕੋਈ ਵਾਰਤਾਲਾਪ ਕਰਦੇ ਹੋ। ਇਸ ਕਰਕੇ ਹੁਣ ਤੁਹਾਡਾ ਜਿਹੜਾ ਸਰੀਰ ਹੈ ਨਾ ਉਹ ਵੀ ਕਮਜ਼ੋਰ ਹੋ ਗਿਆ। ਕੋਈ ਵੀ ਗੱਲ ਹੈ ਨਾ ਤੁਸੀਂ ਮੇਰੇ ਨਾਲ ਸਾਂਝੀ ਕਰ ਲਵੋ। ਆਨਨ ਪੀਤ ਅਚੰਚਲ ਅੰਗਾ, ਬਿਗਸ ਨਾ ਬੋਲੇ ਸੰਗ ਉਮੰਗਾ। ਤੇ ਮਾਤਾ ਜੀ ਆਖਦੇ ਨੇ ਕਿ ਪੁੱਤਰ ਜੀ ਦੇਖੋ ਤੁਹਾਡਾ ਹੁਣ ਰੰਗ ਵੀ ਚਿਹਰੇ ਦਾ ਪੀਲਾ ਪੈ ਗਿਆ ਹੈ। ਕਿਉਂਕਿ ਹੁਣ ਜਦੋਂ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਆ ਨਾ,
ਜੇ ਅਸੀਂ ਚੰਗੇ ਤਰੀਕੇ ਦੇ ਨਾਲ ਪ੍ਰਸ਼ਾਦਾ ਪਾਣੀ ਨਾ ਛਕਾਂਗੇ ਤਾਂ ਸਾਡੇ ਸਰੀਰ ਦੀ ਹਾਲਤ ਆਪਣੇ ਆਪ ਹੀ ਆਪ ਮੁਹਾਰੇ ਬੋਲਣ ਲੱਗ ਪੈਂਦੀ ਜੇ ਅਸੀਂ ਕੁਝ ਨਾ ਵੀ ਬੋਲੀਏ। ਹੁਣ ਮਾਤਾ ਜੀ ਆਖਦੇ ਨੇ ਮਾਂ-ਬਾਪ ਨੂੰ ਤਾਂ ਆਪਣੇ ਧੀਆਂ ਪੁੱਤਰ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ। ਅਸੀਂ ਕੋਹਾਂ ਦੂਰ ਵੀ ਹੋਈਏ ਨਾ, ਜੇਕਰ ਅੱਜ ਸਾਡੇ ਧੀਆਂ ਪੁੱਤਰ ਵਿਦੇਸ਼ ਦੇ ਵਿੱਚ ਵੀ ਕੰਮਕਾਜ ਕਰਨ ਦੇ ਲਈ, ਆਪਣਾ ਭਵਿੱਖ ਸਵਾਰਨ ਦੇ ਲਈ ਗਏ ਨੇ, ਅਸੀਂ ਇੱਕ ਮਾਤਰ ਉਹਨਾਂ ਦੀ ਆਵਾਜ਼ ਸੁਣ ਕੇ ਅੰਦਾਜ਼ਾ ਲਗਾ ਲੈਂਦੇ ਵੀ ਸਾਡਾ ਧੀ ਪੁੱਤਰ ਸਹੀ ਸਲਾਮਤ ਹੈ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਦੁੱਖ ਪਰੇਸ਼ਾਨੀ ਦੇ ਵਿੱਚ ਹੈ। ਹੁਣ ਮਾਤਾ ਜੀ ਆਪਣੇ ਪੁੱਤਰ ਨੂੰ ਆਖਦੇ ਨੇ ਵੀ ਦੇਖੋ ਤੁਹਾਡਾ ਰੰਗ ਵੀ ਪੀਲਾ ਪੈ ਗਿਆ। ਫਿਕਰਮੰਦ ਨੇ ਮਾਤਾ ਜੀ, ਕਹਿੰਦੇ ਅੰਗ ਵੀ ਢਾਡੇ ਢਿੱਲੇ ਪੈ ਗਏ ਨੇ, ਤੁਸੀਂ ਸੁਸਤ ਰਹਿੰਦੇ ਹੋ, ਤੁਹਾਡਾ ਸਰੀਰ ਵੀ ਚੰਗੇ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ। ਕਹਿੰਦੇ ਖੁਸ਼ ਹੋ ਕੇ ਉਤਸ਼ਾਹ ਦੇ ਨਾਲ ਕਿਸੇ ਦੇ ਨਾਲ ਵੀ ਤੁਸੀਂ ਗੱਲਬਾਤ ਨਹੀਂ ਕਰਦੇ। ਕੋਈ ਵੀ ਗੱਲ ਹੈ ਮੇਰੇ ਨਾਲ ਸਾਂਝੀ ਕਰ ਲਵੋ। ਨਿਜ ਸੰਗੀ ਕੇ ਸੰਗਮ ਮਾਹੀ, ਮਿਲ ਕੇ ਵਿਚਰਤ ਕਿਉਂ ਤੁਮ ਨਾਹੀ। ਤੇ ਕਹਿੰਦੇ ਜਿਹੜੇ ਤੁਹਾਡੇ ਮਿੱਤਰ ਨੇ ਨਾ, ਉਹ ਵੀ ਤੁਹਾਡੀ ਰਾਹ ਉਡੀਕਦੇ ਨੇ। ਤੁਸੀਂ ਜਿਨ੍ਹਾਂ ਦੇ ਨਾਲ ਰੋਜ਼ਾਨਾ ਖੇਡਦੇ ਸੀ, ਤੁਸੀਂ ਆਪਣੀ ਸਭਾ ਸਜਾਉਂਦੇ ਸੀ, ਉਹ ਸਾਰੇ ਤੁਹਾਡੀ ਉਡੀਕ ਕਰਦੇ ਨੇ, ਤੁਹਾਡਾ ਰਾਹ ਤੱਕਦੇ ਨੇ, ਜਾ ਕੇ ਉਹਨਾਂ ਦੇ ਨਾਲ ਖੇਡੋ। ਉਹ ਤੁਹਾਡੀ ਉਡੀਕ ਦੇ ਵਿੱਚ ਨੇ। ਕਿਉਂ ਨਹੀਂ ਕਹਿੰਦੇ ਤੁਸੀਂ ਉਹਨਾਂ ਦੇ ਨਾਲ ਜਾਂਦੇ, ਕਿਉਂ ਨਹੀਂ ਉਹਨਾਂ ਦੇ ਨਾਲ ਜਾ ਕੇ ਖੇਡਦੇ। ਇਹ ਮਾਤਾ ਜੀ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਵੀ ਕਿਸੇ ਤਰੀਕੇ ਦੇ ਨਾਲ ਸਾਡਾ ਪੁੱਤਰ ਬੱਚਿਆਂ ਦੇ ਨਾਲ ਦੁਬਾਰਾ ਖੇਡਣ ਲੱਗ ਜਾਵੇ। ਕਿਉਂਕਿ ਜਿਹੜੇ ਨਗਰ ਦੇ ਲੋਕ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਹੀ ਨਿਹਾਲ ਹੋ ਜਾਂਦੇ ਨੇ। ਰਾਏ ਬੁਲਾਰ ਵੀ ਮਹਿਤਾ ਕਾਲੂ ਜੀ ਨੂੰ ਇੱਥੋਂ ਤੱਕ ਬੇਨਤੀ ਕਰਦਾ ਆ ਵੀ ਤੁਹਾਡੇ ਪੁੱਤਰ ਦੇ ਕਰਕੇ ਮੇਰਾ ਨਗਰ ਵਸਦਾ ਹੈ, ਤੁਹਾਡੇ ਪੁੱਤਰ ਦੇ ਕਰਕੇ ਮੇਰੇ ਨਗਰ ਦੇ ਵਿੱਚ ਇਸ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਸੁੱਖ ਵਰਤ ਰਿਹਾ ਹੈ। ਕਿਉਂਕਿ ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਿਆ ਸੀ। ਹੁਣ ਮਾਤਾ ਜੀ ਚਿੰਤਾ ਕਰਦੇ ਨੇ ਆਪਣੇ ਪੁੱਤਰ ਦੇ ਬਾਬਤ ਵੀ ਸਾਡਾ ਪੁੱਤਰ ਕੁਝ ਵੀ ਤਰੀਕੇ ਦੇ ਨਾਲ, ਚੰਗੇ ਤਰੀਕੇ ਦੇ ਨਾਲ ਵਿਚਰ ਨਹੀਂ ਰਿਹਾ, ਇਸ ਦੇ ਜੀਵਨ ਦੇ ਵਿੱਚ ਕੁਝ ਤਬਦੀਲੀਆਂ ਆਈਆਂ ਨੇ, ਫਿਕਰਮੰਦ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਮਾਤਾ ਜੀ ਆਪਣੇ ਪੁੱਤਰ ਦੀ ਪ੍ਰਤੀ ਫਿਕਰਮੰਦ ਨੇ, ਪੁੱਤਰ ਦੇ ਪ੍ਰਤੀ ਫਿਕਰ ਕਰਦੇ ਨੇ। ਦੁਨੀਆ ਦੇ ਲੋਕ ਵੀ ਗੱਲਾਂ ਬਾਤਾਂ ਕਰਦੇ ਨੇ ਵੀ ਸ਼ਾਇਦ ਇਹਨਾਂ ਦੇ ਪੁੱਤਰ ਨੂੰ ਕਿਸੇ ਤਰੀਕੇ ਦਾ ਰੋਗ ਹੋ ਗਿਆ। ਅਗਲੇਰੇ ਪ੍ਰਸੰਗ ਦੇ ਵਿੱਚ ਅਸੀਂ ਦੇਖਾਂਗੇ ਵੀ ਕਿਵੇਂ ਮਾਤਾ ਜੀ ਆਪਣੇ ਪੁੱਤਰ ਦੇ ਨਾਲ ਵਾਰਤਾਲਾਪ ਕਰਦੇ ਨੇ, ਜਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮਾਤਾ ਜੀ ਨੂੰ ਕੁਝ ਦੱਸਦੇ ਨੇ, ਜਾਂ ਵੈਦ ਬੁਲਾਇਆ ਵੀ ਜਾਂਦਾ, ਜਾਂ ਕਿਸ ਤਰੀਕੇ ਦਾ ਇਲਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਕੀਤਾ ਜਾਂਦਾ ਹੈ। ਅਗਲੇਰੇ ਪ੍ਰਸੰਗ ਦੇ ਵਿੱਚ ਅਸੀਂ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।